ਹੈਲੋ ਡੀਅਰ ਸਟੂਡੈਂਟਸ। ਅੱਜ ਜੋ ਆਪਾਂ ਟੌਪਿਕ ਡਿਸਕਸ ਕਰਨੇ ਆ ਉਹ ਇਲੈਕਟ੍ਰੋਸਟੈਟਿਕਸ ਯੂਨਿਟ ਦੇ ਹੀ ਹੈ। ਟੌਪਿਕ ਹੈ ਗੌਜੀਅਨ ਸਰਫੇਸ, ਸੈਕਿੰਡ ਹੈ ਡਿਡਿਊਸ ਕੂਲਮਸ ਲਾਅ ਫਰੋਮ ਗੌਸ ਥਿਓਰਮ। ਤਾਂ ਫਸਟਲੀ ਆਪਾਂ ਡਿਸਕਸ ਕਰਾਂਗੇ ਕਿ ਗੌਜੀਅਨ ਸਰਫੇਸ ਕੀ ਹੈ। ਗੌਜੀਅਨ ਸਰਫੇਸ ਕੀ ਹੈ ਕਿ ਇਹਦੇ ਲਈ ਅਸੀਂ ਇੱਕ ਪੁਆਇੰਟ ਚਾਰਜ ਅਜ਼ਿਊਮ ਕਰ ਲਿਆ। ਜੋ ਪੁਆਇੰਟ ਚਾਰਜ ਹੈ, ਇਸ ਪੁਆਇੰਟ ਚਾਰਜ ਦਾ ਇਫੈਕਟ ਸਾਰੀਆਂ ਡਾਇਰੈਕਸ਼ਨਸ ਵਿੱਚ ਹੋਏਗਾ। ਇੱਕ ਪੁਆਇੰਟ ਚਾਰਜ ਹੈ, ਇਸ ਡਾਇਰੈਕਸ਼ਨ 'ਚ ਵੀ ਇਹਦਾ ਇਫੈਕਟ ਹੈ, ਇਸ ਡਾਇਰੈਕਸ਼ਨ 'ਚ ਵੀ ਹੈ। ਦੈਨ ਇਨਦਾ ਇਫੈਕਟ ਕੀ ਹੈ, ਸਾਰੀਆਂ ਦੀਆਂ ਸਾਰੀਆਂ ਡਾਇਰੈਕਸ਼ਨਸ ਦੇ ਵਿੱਚ ਜਾ ਰਿਹਾ। ਤਾਂ ਕੀ ਹੈ ਕਿ ਇਸ ਚਾਰਜ ਕਰਕੇ ਜੇ ਮੈਂ ਦੇਖਾਂ ਸਪੋਜ਼ ਟੂ ਬੀ 2 ਸੈਂਟੀਮੀਟਰ ਤੱਕ ਦੇ ਡਿਸਟੈਂਸ ਤੇ ਦੇਖ ਰਹੀ ਹਾਂ ਸਾਰੇ ਪੁਆਇੰਟਸ ਤੋਂ, ਮੀਨਸ ਇਹਨੂੰ ਐਜ਼ ਅ ਓਰੀਜਨ ਮੰਨ ਲੈਂਦੇ ਆ। ਤਾਂ 2 ਸੈਂਟੀਮੀਟਰ ਤੱਕ ਦੇ ਡਿਸਟੈਂਸ ਤੱਕ ਸਾਡੇ ਕੋਲ ਜੋ ਆਹ ਏਰੀਆ ਆ ਜਾਏਗਾ, ਇੱਥੇ ਸਾਰੇ ਕਿਤੇ ਇਹਦਾ ਇਫੈਕਟ ਇੱਕੋ ਜਿਹਾ ਹੋਏਗਾ। ਤਾਂ ਉਹ ਸਰਫੇਸ ਜਿੱਥੇ ਯੂਨੀਫਾਰਮ ਇਫੈਕਟ ਦਿਖਦਾ, ਜਿੱਥੇ ਤੱਕ ਉਹ ਵਾਲਾ ਸਾਰਾ ਰੀਜਨ ਜਿੱਥੇ ਤੱਕ ਸਾਨੂੰ ਯੂਨੀਫਾਰਮ ਇਫੈਕਟ ਦਿਖ ਰਿਹਾ ਇਲੈਕਟ੍ਰਿਕ ਫੀਲਡ ਦਾ, ਇਸ ਚਾਰਜ ਕਰਕੇ ਜੋ ਇਫੈਕਟ ਦਿਖੇਗਾ ਉਸ ਇਫੈਕਟ ਨੂੰ ਅਸੀਂ ਕੀ ਬੋਲਾਂਗੇ, ਗੌਜੀਅਨ ਸਰਫੇਸ। ਇਹ ਜੋ ਸਰਫੇਸ ਬਣਦੀ ਹੈ ਗੌਜੀਅਨ ਸਰਫੇਸ, ਹਰੇਕ ਟਾਈਪ ਦੇ ਚਾਰਜ ਲਈ ਅਲੱਗ-ਅਲੱਗ ਹੋਏਗੀ। ਅਗਰ ਤਾਂ ਕੋਈ ਪੁਆਇੰਟ ਚਾਰਜ ਹੈ, ਠੀਕ ਹੈ, ਤਾਂ ਉਹਦੇ ਲਈ ਕੀ ਹੋਏਗੀ, ਉਹਦੇ ਅਰਾਊਂਡ ਇੱਕ ਪੁਆਇੰਟ ਦੇ ਅਰਾਊਂਡ ਇੱਕ ਸਰਕਲ ਬਣ ਜਾਏਗਾ, ਠੀਕ ਹੈ, ਸਫੈਰਿਕਲ ਹੋਏਗੀ, ਸਰਕੂਲਰ ਹੋਏਗੀ, ਠੀਕ ਹੈ। ਬਟ ਜੋ ਚਾਰਜ ਹੈ ਬਿਲਕੁਲ ਸੈਂਟਰ ਵਿੱਚ ਹੋਏਗਾ। ਔਰ ਅਗਰ ਅਸੀਂ ਉਹਨੂੰ ਲਾਈਨ ਚਾਰਜ ਲੈ ਰਹੇ ਹਾਂ ਤਾਂ ਉਸ ਲਾਈਨ ਚਾਰਜ ਦੇ ਅਰਾਊਂਡ ਕੀ ਹੋਏਗਾ, ਇਸ ਡਾਇਰੈਕਸ਼ਨ ਦੇ ਵਿੱਚ ਵੀ ਇਲੈਕਟ੍ਰਿਕ ਫੀਲਡ, ਇਸ ਡਾਇਰੈਕਸ਼ਨ ਦੇ ਵਿੱਚ ਵੀ ਇਲੈਕਟ੍ਰਿਕ ਫੀਲਡ। ਤੁਸੀਂ ਇੱਦਾਂ ਸਮਝੋ ਕਿ ਬਹੁਤ ਸਾਰੇ ਲਾਈਨ ਇੱਦਾਂ ਡਾਟਸ ਹੈ ਉਹਨੂੰ ਸਟ੍ਰੇਟ ਲਾਈਨ ਦੇ ਵਿੱਚ ਲੈ ਰਹੇ ਆ, ਮੀਨਸ ਤਾਂ ਹੀ ਲਾਈਨ ਚਾਰਜ ਬਣਦਾ ਪਿਆ। ਤਾਂ ਇੱਧਰ ਇਸ ਵਾਲੀ ਡਾਇਰੈਕਸ਼ਨ 'ਚ ਵੀ ਇਲੈਕਟ੍ਰਿਕ ਫੀਲਡ ਆ ਰਿਹਾ, ਇਸ ਡਾਇਰੈਕਸ਼ਨ 'ਚ ਵੀ ਆ ਰਿਹਾ, ਇੱਦਾਂ ਸਾਰੀਆਂ ਡਾਇਰੈਕਸ਼ਨ 'ਚ ਹਰੇਕ ਪੁਆਇੰਟ ਤੋਂ ਆਏਗਾ। ਇਸ ਪੁਆਇੰਟ 'ਤੇ ਜਾਂ ਇਸ ਪੁਆਇੰਟ 'ਤੇ ਇਕੱਲਾ ਇੱਕ ਪੁਆਇੰਟ ਚਾਰਜ ਰਹਿ ਗਿਆ, ਤਾਂ ਇਹਦੇ ਲਈ ਇੱਥੇ ਕੀ ਬਣ ਜਾਏਗਾ, ਇੱਦਾਂ ਯੂਨੀਫਾਰਮ ਇਲੈਕਟ੍ਰਿਕ ਫੀਲਡ, ਮੀਨਸ ਇੱਥੇ ਕੀ ਬਣੇਗਾ, ਇੱਕ ਸਰਕਲ, ਠੀਕ ਹੈ। ਸੇਮ ਵੇ ਦੇ ਨਾਲ ਉੱਪਰ ਵੀ ਇੱਕ ਸਰਕਲ ਬਣ ਜਾਏਗਾ ਤੇ ਬਾਕੀ ਸਾਰੀਆਂ ਡਾਇਰੈਕਸ਼ਨ ਦੇ ਵਿੱਚ ਇੱਦਾਂ। ਤਾਂ ਅਗਰ ਪੁਆਇੰਟ ਚਾਰਜ ਹੈ ਦੈਨ ਸਾਡੇ ਕੋਲ ਜੋ ਗੌਜੀਅਨ ਸਰਫੇਸ ਬਣੇਗੀ ਉਹ ਕੀ ਹੋਏਗੀ, ਇੱਕ ਸਿਲੰਡਰ, ਜੋ ਸਿਲੰਡਰੀਕਲ ਸਰਫੇਸ ਹੋਏਗੀ ਉਹ ਹੋਏਗੀ ਉਹਦੀ ਗੌਜੀਅਨ ਸਰਫੇਸ। ਅਗਰ ਪੁਆਇੰਟ ਚਾਰਜ ਹੈ ਦੈਨ ਕੀ ਹੋਏਗੀ, ਸਰਕੂਲਰ। ਹੁਣ ਜੋ ਇਹ ਸਫੀਅਰ ਹੈ ਇਹ ਕੀ ਹੋ ਸਕਦਾ ਹੈ, ਹੋਲੋ ਵੀ ਹੋ ਸਕਦਾ, ਮੀਨਸ ਅੰਦਰੋਂ ਖਾਲੀ ਵੀ ਹੋ ਸਕਦਾ, ਔਰ ਕਿਸੇ ਮੈਟਲ ਸਰਫੇਸ ਨਾਲ ਭਰਿਆ ਹੋਇਆ ਵੀ ਹੋ ਸਕਦਾ, ਮੀਨਸ ਮੈਟਲ ਫਿਲਡ ਹੋਵੇ, ਮੈਟੈਲਿਕ ਸਿਲੰਡਰ ਹੋਵੇ, ਇਹ ਮੈਟੈਲਿਕ ਸਿਲੰਡਰ ਹੋਵੇ ਔਰ ਇਹ ਕੀ ਹੋਵੇ, ਮੈਟੈਲਿਕ ਸਫੀਅਰ। ਔਰ ਜੋ ਇਲੈਕਟ੍ਰਿਕ ਫਲਕਸ ਹੋਏਗੀ ਉਹ ਹਮੇਸ਼ਾ ਸਰਫੇਸ ਦੇ ਬਿਲਕੁਲ ਨਾਰਮਲ ਹੋਏਗੀ, ਕਿਉਂਕਿ ਇੱਕ ਇਲੈਕਟ੍ਰਿਕ ਫਲਕਸ ਆਪਾਂ ਪੜ੍ਹਿਆ ਸੀ ਕੀ ਹੁੰਦੀ ਆ ਕਿ ਸਰਫੇਸ ਦੇ ਬਿਲਕੁਲ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਅਪਲਾਈ ਕਰਦੇ ਹੁੰਦੇ ਆ। ਜੋ ਵੀ ਸਾਡਾ ਏਰੀਆ ਹੋਊਗਾ, ਹੁਣ ਇੱਕ ਸਰਕਲ ਹੈ ਦਾ ਜੋ ਵੀ ਏਰੀਆ ਹੋਊਗਾ ਉਹਦੇ ਬਿਲਕੁਲ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਇਲੈਕਟ੍ਰਿਕ ਫਲਕਸ ਐਕਟ ਕਰੂਗੀ। ਸੋ ਨਾਰਮਲ ਟੂ ਦਾ ਸਰਫੇਸ, ਨਾਰਮਲ ਮੀਨਸ ਹੁੰਦਾ ਪਰਪੈਂਡੀਕੂਲਰ ਟੂ ਦਾ ਸਰਫੇਸ। ਔਰ ਜੋ ਗੌਜੀਅਨ ਸਰਫੇਸ ਬਣੀ ਆ ਇੱਕ ਪੁਆਇੰਟ ਚਾਰਜ ਅਰਾਊਂਡ, ਇੱਕ ਇਮੈਜਨਰੀ ਸਰਫੇਸ ਆ। ਇਹ ਸਿਰਫ ਅਸੀਂ ਇਹ ਚੈੱਕ ਕਰਨ ਦੇ ਲਈ ਕਿ ਫਲਕਸ ਕਿੰਨੀ ਹੈ, ਚਾਰਜ ਕਿੰਨਾ, ਇਲੈਕਟ੍ਰਿਕ ਫੀਲਡ ਕਿੰਨਾ, ਤਾਂ ਯੂਜ਼ ਕਰਦੇ ਹਾਂ, ਜਸਟ ਇੱਕ ਇਮੈਜਨਰੀ ਆ। ਇੱਥੋਂ ਆਪਾਂ ਗੌਜੀਅਨ ਸਰਫੇਸ ਦੀ ਹੋਰ ਡੈਫੀਨੇਸ਼ਨ ਦੇਖ ਸਕਦੇ ਹਾਂ। ਗੌਜੀਅਨ ਸਰਫੇਸ ਕੀ ਹੈ, ਗੌਜੀਅਨ ਸਰਫੇਸ ਇਜ਼ ਅਰਾਊਂਡ ਅ ਚਾਰਜ, ਚਾਰਜ ਦੇ ਅਰਾਊਂਡ ਹੁੰਦੀ ਹੈ। ਚਾਰਜ ਕੀ ਹੋ ਸਕਦਾ, ਪੁਆਇੰਟ ਚਾਰਜ ਹੋ ਸਕਦਾ ਜਾਂ ਕੰਟੀਨਿਊਸ ਚਾਰਜ। ਕੰਟੀਨਿਊਸ ਚਾਰਜ ਦਾ ਮਤਲਬ ਕੀ ਹੈ ਕਿ ਜਿੱਦਾਂ ਅਸੀਂ ਲਾਈਨ ਚਾਰਜ ਮੰਨਦੇ ਹਾਂ, ਤਾਂ ਮਤਲਬ ਇਸ ਲਾਈਨ ਦੇ ਉੱਤੇ ਜੋ ਚਾਰਜ ਹੈ ਕੰਟੀਨਿਊਸ, ਮਤਲਬ ਲਗਾਤਾਰ ਡਿਸਟਰੀਬਿਊਟ ਹੋਇਆ ਹੋਇਆ। ਆਪਾਂ ਪਹਿਲਾਂ ਪੜ੍ਹਿਆ ਡਿਸਕ੍ਰੀਟ ਤੇ ਕੰਟੀਨਿਊਸ ਚਾਰਜ ਦਾ ਕॉन्सेप्ट। जो पॉइंट चार्ज और डिस्क्रीट चार्ज है, और जो इस लाइन के ऊपर चार्ज है कि है कॉन्टीन्यूअस चार्ज है। इज एन इमेजनरी क्लोज्ड सरफेस, एक इमेजनरी क्लोज्ड सरफेस होंगी है जो इस चार्ज के अराउंड बन जाएगी, क्योंकि होएगी सिलेंड्रिकल होएगी, हर एक फिगर के अराउंड अलग अलग बनेगी। हुण एक सरफेस इदां भी हो सकती है, तो इस सरफेस के अराउंड जिदा ये ते भी चार्ज डिस्ट्रीब्यूट हो सकता, तो ये सारी की है कॉन्टीन्यूअस डिस्ट्रीब्यूशन ऑफ चार्ज। Is a imaginary closed surface such that intensity of electric field at all the point on the surface is same। ਤਾਂ ਇੰਟੈਂਸਿਟੀ ਕੀ ਹੋਏਗੀ ਇਲੈਕਟ੍ਰਿਕ ਫੀਲਡ ਦੀ ਹਰ ਇੱਕ ਪੁਆਇੰਟ ਉੱਤੇ ਸਰਫੇਸ ਦੇ ਉੱਤੇ ਸੇਮ ਹੋਏਗੀ। ਹੁਣ ਇੱਥੇ ਹੀ ਦੇਖੋ ਪੁਆਇੰਟ ਚਾਰਜ ਹੈ, ਜਿੰਨੀ ਇੱਥੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੋਏਗੀ ਉਨੀ ਹੀ ਇਸ ਪੁਆਇੰਟ ਤੇ ਹੋਏਗੀ। ਜਿਸ ਵੀ ਪੁਆਇੰਟ ਤੇ ਚੈੱਕ ਕਰੋਗੇ ਸੇਮ ਹੋਏਗੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ। नेक्स्ट देखो, जो गॉसियन सरफेस है एक इमेजिनरी ज्योमेट्रिकल सरफेस है एंड इट मे बी एम्प्टी, खाली भी हो सकती है, खाली स्पेस हो सकती है, और इंबैडेड इन अ सॉलिड, मीनस जो सरफेस सीगी इहदे अराउंड हो सकता है इत्थे चार्ज पिया अंदरों सारी खाली है, ऐदा भी हो सकता है कि सारी दी सारी इत्थे चार्ज पे दे बावजूद अंदर सारा एक सॉलिड है, मीनस एक सॉलिड सरफेस के अंदर चार्ज पिया। नेक्स्ट टॉपिक है डिडक्शन ऑफ कूलम्स लॉ
फ्रॉम गॉज ला मीनस असी गॉज ला तो जो है कूलम्स ला लैके आना। हुण कूलम्स ला दा रिजल्ट की सीगा, एफ इज इक्वल्स टू 1/4 पाई एप्सिलॉन नॉट Q1 Q2 दो चार्जेस सीगे अपॉन स्क्वायर ऑफ डिस्टेंस। और गॉज ला की है, फ्लक्स इज इक्वल्स टू Q बाई एप्सिलॉन नॉट, दूसरा की है फ्लक्स इज इक्वल्स टू E डॉट ds क्लोज्ड सरफेस के अंदर। इट मीनस असी आह वाले जो रिजल्ट है फ्लक्स के रिजल्ट तो असी कूलम्स लॉ का रिजल्ट लैके आना। तो ये असी की किया, एक चार्ज Q1 एज्यूम कर लिया। हुण ये अराउंड असी एक स्फीयर ड्रॉ कर लिया, मीनस एक स्फीयर दे विच पिया कह सकते हैं, या असी बोल सकते हैं कि जो चार्ज वो अराउंड असी एक गॉजियन सरफेस ड्रॉ कर ली। हुण इत्थे जो गॉजियन सरफेस है, तुहानूं पता है कि पॉइंट चार्ज के अराउंड किहड़ी गॉजियन सरफेस होएगी, सर्कुलर। ओ स्फीयर खाली हो सकता और फील्ड भी हो सकता। हुण इत्थे जो सरफेस है दे अराउंड इलैक्ट्रिक फील्ड सारे किते यूनीफॉर्म होएगा। तो मैं सपोज कर लैनी कि इस पॉइंट उत्ते इलैक्ट्रिक फील्ड चैक करते हैं, इस पॉइंट में असीं P मान लैने आ और ये जो पॉइंट है O, ठीक है। जिस पॉइंट ते इलैक्ट्रिक फील्ड चैक करना हुंदा है उत्थे असीं की रखते हैं, टैस्ट चार्ज। असीं Q2 टैस्ट चार्ज रखता हो, जो सोर्स चार्ज है वो भी पॉजिटिव चार्ज है, ठीक है जी। और जो टैस्ट चार्ज हुंदा, तुहानूं ये तां पता है कि टैस्ट चार्ज किहड़ा लईदा हुंदा, हमेशा पॉजिटिव चार्ज लईदा हुंदा टैस्ट चार्ज, ठीक है। हुण इन्हां दोनां दे विच डिस्टेंस है जो आर होएगा, यूनिट वैक्टर की होएगा आर कैप, उहदी डायरैक्शन आपां देखदे हां, ते जो वैक्टर होएगा आर वैक्टर, ठीक है जी। हुण देखो पॉजिटिव चार्ज रिपैल करनगे, जो इलैक्ट्रिक फील्ड की डायरैक्शन होएगी वो की होएगी आउटवर्ड, यानी आ की होगी साडी इलैक्ट्रिक फील्ड की डायरैक्शन। और जो यूनिट वैक्टर है वो भी सेम डायरैक्शन च अप्लाई होएगा, ठीक है जी। हुण सानू ये पता कि कोई भी क्लोज्ड सरफेस हुंदी है, जो क्लोज्ड सरफेस हुंदी आ उहदे विच जो एरिया वैक्टर हुंदा है वो आउटवर्ड अप्लाई हुंदा। तां इत्थे असीं मान लीए कि कोई इदां सफीयर है, ठीक है, जो एरिया वैक्टर होएगा आउटवर्ड अप्लाई होएगा जिस भी पॉइंट ते चेक करिए। कोई सफीयर है उहदे हर एक पॉइंट ते आउटवर्ड मीनस इत्थे देखांगे तां बाहर, इत्थे देखांगे तां भी आउटवर्ड, जिस भी पॉइंट ते चेक करोगे आउटवर्ड अप्लाई होएगा। तां इत्थे की होएगा, इस पॉइंट ते एरिया वैक्टर भी सेम आउटवर्ड होएगा। इस सरफेस का एरिया असीं की लै लैंदे आ S। अगर इस सरफेस का एरिया S है तो इहदा जिहड़ा एरिया की होएगा, एरिया वैक्टर S वैक्टर, ठीक है जी। हुण जो इहदे विच अगे की है कि असीं पूरी सरफेस का जदों भी कैलकुलेट करना हुंदा असीं पहलां स्मॉल पोर्शन कड्डांगे। इत्थे असीं P पॉइंट दे अराउंड स्मॉल पोर्शन अज्यूम कर लैंदे आ, आह वाला स्मॉल एलीमेंट्री पोर्शन, जिस एलीमेंट्री पोर्शन का एरिया की है ds। तो फिर जो एरिया वैक्टर है कि होएगा ds वैक्टर। राइट डाउन करन दा तां पता है ना किद्दां राइट डाउन करोगे। कंसीडर द 2 पॉइंट चार्जेस Q1 and Q2 separated by some distance r. Draw a sphere of which is a Gaussian surface making O as a center, ठीक है। Now take a small portion, small elementary portion which having area ds. The angle between ds and electric field should be 0। ਹੁਣ देखो इलैक्ट्रिक फील्ड भी इस डायरैक्शन ਜਾਂ सेम डायरैक्शन ਦੇ ਵਿੱਚ एरिया दोनों ਦੇ ਵਿੱਚ दोनों लाइनस पैरेलल ਆ ਤੇ एंगल की होएगा दोनों ਦੇ ਵਿੱਚ 0। ਤਾਂ ਫਿਰ ਸਭ ਤੋਂ ਪਹਿਲਾਂ ਅਕੋਰਡਿੰਗ ਟੂ ਗੌਸ ਥਿਓਰਮ ਅਕੋਰਡਿੰਗ ਕੀ ਸੀਗਾ, ਇਲੈਕਟ੍ਰਿਕ ਫਲਕਸ ਇਸ ਸਾਈਨ ਨੂੰ ਬੋਲਦੇ ਆ ਫਾਈ। ਇਲੈਕਟ੍ਰਿਕ ਫਲਕਸ ਕੀ ਸੀਗਾ Q/ε0 गॉस ला दे अकॉर्डिंग। एक फ्लक्स की सीगी डेफिनेशन अकॉर्डिंग इलैक्ट्रिक फ्लक्स दी E डॉट ds, ठीक है जी। क्लोज्ड सरफेस इंट्रैगुलर ऑफ इलैक्ट्रिक फील्ड। दोनों इक्वेशंस तो की आ जाता हुंदा है Q अपॉन एप्सिलॉन नॉट इज इक्वल्स टू इंटीग्रेशन ऑफ E डॉट ds। सानू पता है कि E ते ds दे विच एंगल की है 0। तो असी जब इनू सॉल्व करांगे की आएगा E ds cos of 0 डिग्री इज इक्वल्स टू Q/एप्सिलॉन नॉट। तो इत्थे की हो गया cos 0 1 E ds Q/एप्सिलॉन नॉट। तो इस तो अगे असी की देखना है कि जो इत्थे इलैक्ट्रिक फील्ड है इस E ते किस चार्ज करके आ, ये तो Q2 तो टेस्ट चार्ज है, इत्थे Q2 की है साडे कोल टेस्ट चार्ज और Q1 साडे कोल की है सोर्स चार्ज। तो जो साडे कोल देखो अपने कोल की आ गया
क्यू बाय एप्सिलॉन नॉट इज इक्वल्स टू क्लोज्ड सरफेस इंटरैगुलर ऑफ ई डी एस। ਹੁਣ ਇਲੈਕਟ੍ਰਿਕ ਫੀਲਡ ਪੂਰੀ ਦੀ ਪੂਰੀ ਗੌਜੀਅਨ ਸਰਫੇਸ ਦੇ ਵਿੱਚ ਯੂਨੀਫਾਰਮ ਹੈ, ਕੌਨਸਟੈਂਟ ਰਹੇਗਾ। ਜੋ ਵੀ ਅਸੀਂ ਚਾਰਜ ਲੈ ਰਹੇ ਹਾਂ, ਪੁਆਇੰਟ ਚਾਰਜ ਲੈਤਾ ਉਹਦੇ ਅਰਾਊਂਡ ਕੀ ਬਣੇਗਾ ਸਾਡੇ ਕੋਲ ਸਫੀਅਰ, ਸਫੀਅਰ ਐਜ਼ ਅ ਗੌਜੀਅਨ ਸਰਫੇਸ। ਠੀਕ ਹੈ ਜੀ। ਹੁਣ ਜੋ ਇਲੈਕਟ੍ਰਿਕ ਫੀਲਡ ਹੈ ਉਸ ਗੌਜੀਅਨ ਸਰਫੇਸ ਦੇ ਹਰ ਇੱਕ ਪੁਆਇੰਟ ਤੇ ਉਹ ਕੀ ਹੋਏਗਾ ਕੌਨਸਟੈਂਟ। ਦੈਨ ਇਲੈਕਟ੍ਰਿਕ ਫੀਲਡ ਨੂੰ ਇੰਟੀਗ੍ਰੇਸ਼ਨ ਚੋਂ ਬਾਹਰ ਕੱਢ ਲਿਆ, ਇੰਟੀਗ੍ਰੇਸ਼ਨ ਕਿਹਦੀ ਹੋਏਗੀ ਸਿਰਫ ds ਦੀ, ਕਿਊ ਬਾਈ ਐਪਸਾਈਲਨ ਨੋਟ ਐਜ਼ ਇਟ ਇਜ਼। ਹੁਣ ds ਕੀ ਆ ਸਰਫੇਸ ਏਰੀਆ, ਕਿ ਅਸੀਂ ਜੋ ਐਲੀਮੈਂਟਰੀ ਪੋਰਸ਼ਨ ਲੈਤਾ ਸੀ ਉਹਦਾ ਸਰਫੇਸ ਏਰੀਆ ਸੀਗਾ। ਜੇ ਅਸੀਂ ਪੂਰੇ ਸਫੀਅਰ ਦਾ ਸਰਫੇਸ ਏਰੀਆ ਕੱਢਣਾ ਹੋਵੇ ਤਾਂ ਅਸੀਂ ਲਿਖ ਸਕਦੇ ਹਾਂ ds ਇਜ਼ ਸਰਫੇਸ ਏਰੀਆ ऑफ ਸਫੀਅਰ। ਠੀਕ ਹੈ। ਜੇ ਸਰਫੇਸ ਏਰੀਆ ਸਫੀਅਰ ਦਾ ਤਾਂ ਏਰੀਆ ਆਫ ਸਫੀਅਰ ਕੀ ਹੁੰਦਾ, ਤਾਂ ਫਿਰ ਇਹਦੀ ਵੈਲਿਊ ਕਿੰਨੀ ਆ ਗਈ 4πr²। ਤੇ ਪੁੱਟ ਕਰੋ ਇੱਥੇ ਵੈਲਿਊ ਕਿਊ ਬਾਏ ਐਪਸਾਈਲਨ ਨੋਟ ਇਜ਼ ਇਕੁਅਲਸ ਟੂ E ਇੰਟੂ 4πr²। ਸੌਰੀ ਇੱਥੇ ਆਪਣੇ ਕੋਲ ਜੋ ਵੈਲਿਊ ਆਈ ਸੀ Q1, ਕਿਉਂਕਿ ਆਪਣੇ ਕੋਲ ਜੋ ਅੰਦਰ ਚਾਰਜ ਸੀਗਾ ਉਹੀ ਸੀ ਨਾ, ਅੰਦਰ ਆਪਾਂ Q1 ਚਾਰਜ ਰੱਖਿਆ ਸੀ ਗੌਜੀਅਨ ਸਰਫੇਸ ਦੇ ਅੰਦਰ, ਤਾਂ ਇੱਥੇ ਸਾਰਾ ਸਾਡੇ ਕੋਲ ਕੀ ਹੈ Q1। ਇੱਥੋਂ ਸਾਡੇ ਕੋਲ ਫਿਰ ਇਲੈਕਟ੍ਰਿਕ ਫੀਲਡ ਦੀ ਕੀ ਵੈਲਿਊ ਆ ਗਈ, ਆ ਜੋ 4πr² ਇੱਥੇ ਨੀਚੇ ਚਲਾ ਜਾਏਗਾ 1/4πr² Q1 ਬਾਏ ਐਪਸਾਈਲਨ ਨੋਟ। ਅਸੀਂ ਇਹਨੂੰ ਕੀ ਲਿਖ ਸਕਦੇ ਹਾਂ 1/4π ਐਪਸਾਈਲਨ ਨੋਟ Q1 ਬਾਏ r² is equals to electric field E। ਤਾਂ ਹੁਣ ਡੈਫੀਨੇਸ਼ਨ ਅਕੋਰਡਿੰਗ ਇਸ ਚਾਰਜ ਨੇ ਜੋ ਹੈ ਟੈਸਟ ਚਾਰਜ ਉਹਨੇ ਕਿੰਨੀ ਫੋਰਸ ਐਕਸਪੀਰੀਅੰਸ ਕੀਤੀ, ਤਾਂ ਅਸੀਂ ਕੀ ਲਿਖਾਂਗੇ ਫੋਰਸ ਐਕਸਪੀਰੀਅੰਸਡ ਬਾਏ ਚਾਰਜ Q2। ਡੈਫੀਨੇਸ਼ਨ ਕੀ ਸੀਗੀ F is equals to electric field into test charge। ਐਕਚੁਅਲੀ ਚ ਆਪਾਂ ਕੀ ਲਿਖਦੇ ਹੁੰਦੇ ਸੀਗੇ ਕਿ ਇਲੈਕਟ੍ਰਿਕ ਫੀਲਡ ਇਜ਼ ਇਕੁਅਲਸ ਟੂ ਫੋਰਸ ਅਪੋਨ ਟੈਸਟ ਚਾਰਜ। ਜੋ ਵੀ ਟੈਸਟ ਚਾਰਜ ਹੁੰਦਾ ਸੀ ਇੱਥੇ ਅਸੀਂ ਕਿਊ ਨੋਟ ਲਿਖਦੇ ਸੀ, ਉੱਪਰ ਐਫ ਲਿਖਦੇ ਸੀ, ਇੱਥੇ ਐਫ ਨੋਟ ਕਿਊ ਨੋਟ ਨੂੰ ਅਸੀਂ ਕੀ ਲੈਂਦੇ ਸੀਗੇ ਟੈਸਟ ਚਾਰਜ। ਤਾਂ ਇੱਥੇ ਫਿਰ ਡੈਫੀਨੇਸ਼ਨ ਅਕੋਰਡਿੰਗ ਫੋਰਸ ਕੀ ਬਣ ਜਾਂਦੀ ਆ E ਇੰਟੂ ਕਿਊ ਨੋਟ, ਯਾਨੀ ਇਲੈਕਟ੍ਰਿਕ ਫੀਲਡ ਤੇ ਟੈਸਟ ਚਾਰਜ ਦੀ ਮਲਟੀਪਲੀਕੇਸ਼ਨ। ਇੱਥੇ ਸਾਡੇ ਕੋਲ ਟੈਸਟ ਚਾਰਜ ਕੀ ਹੈ Q2, ਤਾਂ E ਇੰਟੂ Q2। ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਕੈਲਕੂਲੇਟ ਕੀਤੀ 1/4π ਐਪਸਾਈਲਨ ਨੋਟ Q1 ਬਾਏ r² ਇੰਟੂ Q2। ਤਾਂ ਸਾਰਾ ਰਿਲੇਸ਼ਨ ਸਾਡੇ ਕੋਲ ਕਿਹਦਾ ਬਣ ਗਿਆ ਫੋਰਸ ਦਾ। ਤਾਂ ਅਸੀਂ ਇੱਥੇ ਗੌਸ ਲਾ ਤੋਂ ਮੈਥਮੈਟੀਕਲ ਫਾਰਮ ਦੇ ਵਿੱਚ ਫੋਰਸ ਨੂੰ ਕੈਲਕੂਲੇਟ ਕਰ ਲਿਆ। ਤਾਂ ਅਸੀਂ ਇਹਨੂੰ ਕੀ ਬੋਲ ਸਕਦੇ ਹਾਂ ਕਿ ਕੂਲਮਸ ਲਾ ਕੈਨ ਬੀ ਡਰਾਈਵਡ ਫਰੋਮ ਦੀ ਗੌਸ ਲਾ। ਹੁਣ ਇੱਥੇ ਇੱਕ ਕੁਐਸਚਨ ਆਉਂਦਾ ਕਿ ਅਗਰ ਅਸੀਂ ਜੋ ਫੋਰਸ ਕੂਲਮਸ ਫੋਰਸ ਦਾ ਕਨਸੈਪਟ ਫਾਈਂਡ ਆਊਟ ਕੀਤਾ ਜਾਂ ਪਹਿਲਾਂ ਵੀ ਫਾਈਂਡ ਆਊਟ ਸਟੱਡੀ ਕਰ ਚੁੱਕੇ ਹਾਂ, ਤਾਂ ਇਹਦੇ ਵਿੱਚ ਕੀ ਕੀਤਾ F is equals to 1/4π ਐਪਸਾਈਲਨ ਨੋਟ Q1 Q2 upon r²। ਜਿੱਥੇ ਨੀਚੇ r² ਲੈਤਾ, ਅਗਰ ਅਸੀਂ 1/r³ ਲੈ ਲੈਂਦੇ ਕਿ ਗੌਸ ਲਾ ਨੂੰ ਕੋਈ ਇਫੈਕਟ ਪੈਣਾ ਸੀ, ਬਿਲਕੁਲ ਪੈਣਾ ਸੀ, ਕਿਉਂਕਿ ਅਸੀਂ ਕੂਲਮ ਲਾ ਤੋਂ ਗੌਸ ਲਾ ਡਰਾਈਵ ਕਰ ਸਕਦੇ ਹਾਂ, ਤਾਂ ਗੌਸ ਲਾ ਤੋਂ ਕੂਲਮ ਲਾ ਵੀ ਡਰਾਈਵ ਕਰ ਸਕਦੇ ਹਾਂ। ਅਸੀਂ ਇਹਨਾਂ ਦੋਨਾਂ ਨੂੰ ਇੱਕ ਦੂਸਰੇ ਦੇ ਕੰਪਲੀਮੈਂਟਰੀ ਮੰਨਦੇ ਹਾਂ, ਗੌਸ ਲਾ ਨੂੰ ਵੀ ਤੇ ਕੂਲਮਸ ਲਾ ਨੂੰ ਵੀ ਇੱਕ ਦੂਸਰੇ ਬਿਨਾਂ ਅਧੂਰੇ, ਮੀਨਸ ਇੱਕ ਦੂਜੇ ਤੋਂ ਹੀ ਡਰਾਈਵ ਹੁੰਦੇ ਆ। ਅਗਰ ਅਸੀਂ ਕੂਲਮਸ ਲਾਅ ਦੇ ਵਿੱਚ r³ ਯੂਜ਼ ਕਰ ਲੈਂਦੇ ਦੈਨ ਸਾਡੇ ਕੋਲ ਜੋ ਰਿਜ਼ਲਟ ਆਣਾ ਸੀ ਗੌਸ ਲਾ ਵਾਲਾ ਉਹ ਬਿਲਕੁਲ ਡਿਫਰੈਂਟ ਆਣਾ ਸੀ। ਅਸੀਂ ਗੌਸ ਲਾ ਤੇ ਕੂਲਮ ਲਾ ਦੇ ਵਿੱਚੋਂ ਕਿਸੇ ਨੂੰ ਵੀ ਬੇਸਿਕ ਲਾ ਅਸਿਊਮ ਕਰ ਸਕਦੇ ਹਾਂ, ਇੱਕ ਨੂੰ ਬੇਸਿਕ ਮੰਨ ਕੇ ਦੂਸਰੇ ਨੂੰ ਉਹਦੇ ਵਿੱਚੋਂ ਕੈਲਕੂਲੇਟ ਕਰ ਸਕਦੇ ਹਾਂ। ਜਿੱਦਾਂ ਕਿ ਹੁਣ ਆਪਾਂ ਕੀ ਕੀਤਾ ਗੌਸ ਲਾ ਨੂੰ ਬੇਸਿਕ ਲਾ ਮੰਨ ਕੇ ਉਹਦੇ ਵਿੱਚੋਂ ਕੂਲਮਸ ਲਾ ਨੂੰ ਡਰਾਈਵ ਕਰ ਲਿਆ। ਸੇਮ ਵੇ ਦੇ ਨਾਲ ਅਸੀਂ ਕੂਲਮਸ ਲਾ ਨੂੰ ਬੇਸਿਕ ਲਾ ਮੰਨ ਕੇ ਗੌਸ ਲਾ ਵੀ ਡਰਾਈਵ ਕਰ ਸਕਦੇ ਹਾਂ। ਠੀਕ ਹੈ ਜੀ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਹੈ ਕਿ ਆਪਾਂ ਕਿਹਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਹਾਂ, ਕਿਹੜਾ ਜ਼ਿਆਦਾ ਪ੍ਰੈਫਰਡ ਲਾ ਹੈ ਗੌਸ ਲਾ ਜਾਂ ਕੂਲਮ ਲਾ। ਗੌਸ ਲਾ ਜ਼ਿਆਦਾ ਜਰਨਲ ਕਹਿ ਸਕਦੇ ਹਾਂ ਅਸੀਂ ਇਹਨੂੰ, ਜਰਨਲੀ ਯੂਜ਼ ਹੁੰਦਾ, ਜ਼ਿਆਦਾ ਪ੍ਰੈਫਰੇਬਲ ਆ। ਕਿਉਂ ਜ਼ਿਆਦਾ ਪ੍ਰੈਫਰੇਬਲ ਆ, ਕਿਉਂਕਿ ਜ਼ਿਆਦਾ ਕੰਪਲੈਕਸ ਫਿਗਰਸ ਨੂੰ ਸਟੱਡੀ ਕਰਨ ਦੇ ਵਿੱਚ ਵੀ ਹੈਲਪ ਕਰਦਾ ਹੈ। ਜ਼ਿਆਦਾ ਕੰਪਲੈਕਸ ਕਨਫੀਗਰੇਸ਼ਨਸ ਹੁੰਦੀਆਂ ਜਿਹੜੀਆਂ ਫਿਗਰਸ ਦੀਆਂ ਉਹ ਸਾਰਿਆਂ ਨੂੰ ਡਿਟੈਕਟ ਕਰਨ ਦੇ ਵਿੱਚ, ਉਹਨਾਂ ਦੇ ਵਿੱਚ ਫੋਰਸ ਕੈਲਕੂਲੇਟ ਕਰਨ ਦੇ ਵਿੱਚ ਹੈਲਪ ਕਰ ਜਾਂਦਾ।